ਈਹਾ ਊਹਾ ਤੁਮ ਰਖੇ, ਗੁਰ ਕਿਰਪਾ ਤੇ ਕੋ ਲਖੇ। ਅੰਤਰ ਜਾਮੀ ਪੁਰਖ ਸੁਜਾਨੋ, ਨਾਨਕ ਤਕੀਆ ਤੂੰ ਹੀ ਤਾਣ। ਅੰਤਰ ਜਾਮੀ ਪੁਰ ਪ੍ਰਭ ਸੁਜਾਨੋ, ਨਾਨਕ ਤਕੀਆ ਤੂੰ ਹੀ ਤਾਣੋ। ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਚੌਥਾ। ਮਨ ਮੁਖ ਮੂਲੋਂ ਭੁੱਲਿਆ, ਵਿੱਚ ਲਭ ਲੋਭ ਅਹੰਕਾਰ। ਝਗੜਾ ਕਰਦਿਆਂ ਅਨ ਦਿਨ ਗੁਦਰੈ, ਸ਼ਬਦ ਨ ਕਰੇ ਵਿਚਾਰੋ। ਸਤਿਗੁਰੂ ਸੋਢੀ ਸੁਲਤਾਨ ਚੌਥੇ ਗੁਰੂ ਨਾਨਕ ਗੁਰਦੇਵ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਮਨ ਮੁਖ ਮੂਲੋਂ ਭੁੱਲਿਆ, ਵਿੱਚ ਲਭ ਲੋਭ ਅਹੰਕਾਰ। ਮਨ ਮੁਖ ਆਦਿ ਰੂਪ ਵਾਹਿਗੁਰੂ ਤੋਂ ਭੁੱਲਿਆ ਹੋਇਆ, ਉਸ ਪਰਮੇਸ਼ਰ ਤੋਂ ਬੇਮੁਖ ਹੋਇਆ, ਜਿਸ ਮਾਲਕ ਜਿਸ ਵਾਹਿਗੁਰੂ ਨੇ ਸੁਖ ਆਰਾਮ ਭੋਗ ਰਸ ਬਖਸ਼ੇ, ਸੁੰਦਰ ਤਨ ਦਿੱਤਾ। ਖਿਰਦੇ ਦੇ ਵਿੱਚ ਲਭ ਤੇ ਲੋਭ ਹੰਕਾਰ ਵਸਦਾ ਹੈ ਮਨਮੁਖ ਦੇ। ਬੜਾ ਹੰਕਾਰੀ ਬੜਾ ਲੋਭੀ, ਦਿਨ ਰਾਤ ਵਿਚਰਦਾ ਹੈ ਜਗਤ ਵਿੱਚ, ਵਾਦ ਵਿਵਾਦ ਝਗੜੇ ਹੀ ਕਰਦਾ ਹੈ। ਝਗੜਾ ਕਰਦਿਆਂ ਅਨ ਦਿਨ ਗੁਦਰੈ, ਸ਼ਬਦ ਨ ਕਰੇ ਵਿਚਾਰ। ਮਾਇਆ ਦਾ ਝਗੜਾ ਕਰਦਿਆਂ ਦਿਨ ਤੇ ਰਾਤ ਗੁਜ਼ਾਰ ਦਿੰਦਾ ਹੈ ਮਨਮੁਖ। ਮਾਇਆ ਦਾ ਝਗੜਾ ਕਰਦਿਆਂ
ਕਿਉਂਕਿ ਮਾਇਆ ਇਹ ਪਦਾਰਥ ਸਤ ਸੰਗੀ ਜਨੋ ਆਪਣੇ ਨਾਲ ਨਹੀਂ ਜਾਣੇ। ਜੋ ਮਾਇਆ, ਜਿਸ ਮਾਇਆ ਨੇ ਤਿੰਨਾਂ ਲੋਕਾਂ ਨੂੰ ਮੋਹਿਆ ਹੋਇਆ, ਮਾਇਆ ਦੇ ਵਿੱਚ ਰਤਿਆ ਹੋਇਆ ਮਨੁੱਖ ਆਪਾਂ ਵੀ ਭੁੱਲ ਜਾਂਦਾ ਹੈ। ਬਾਵਰਾ ਕਮਲਾ ਹੋਇਆ ਨੇਤਰਾਂ ਤੋਂ ਵੀ ਹੀਣਾ ਹੋ ਜਾਂਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਕਿਉਂਕਿ ਹੰਕਾਰ ਹੋ ਗਿਆ ਮਾਇਆ ਦਾ ਕਿ ਬੜੀ ਮਾਇਆ, ਬੜੀ ਪ੍ਰਭਤਾ, ਵੱਡਾ ਧੜਾ। ਪਾਤਸ਼ਾਹ ਫਰਮਾਉਂਦੇ ਨੇ ਝਗੜਾ ਕਰਦਿਆਂ ਅੰਨ ਦਿਨ ਗੁਜ਼ਰੈ, ਦਿਨ ਰਾਤ ਝਗੜੇ ਵਿੱਚ ਹੀ ਗੁਜ਼ਾਰਦਾ ਹੈ। ਸ਼ਬਦ ਨਾ ਕਰੇ ਵਿਚਾਰ, ਸ਼ਬਦ ਗੁਰੂ ਦੇ ਉਪਦੇਸ਼ ਦਾ ਵਿਚਾਰ ਨਹੀਂ ਕੀਤਾ ਕਿ ਮੇਰੇ ਪਾਤਸ਼ਾਹ ਗੁਰਦੇਵ ਦੇ ਕੀ ਪਾਵਨ ਬਚਨ ਨੇ। ਗੁਰੂ ਦਾ ਹੁਕਮ, ਉਪਦੇਸ਼, ਸੰਦੇਸ਼ ਕੀ ਹੈ, ਉਹ ਭੁੱਲ ਹੀ ਗਿਆ, ਕਦੇ ਵਿਚਾਰਿਆ ਨਾ। ਫਿਰ ਪਾਤਸ਼ਾਹ ਫਰਮਾਉਂਦੇ ਨੇ ਸੋਧ ਮਤ ਕਰਤੈ ਸਭ ਹਿਰ ਲਈ, ਬੋਲਨ ਸਭ ਵਿਕਾਰ। ਸ੍ਰੇਸ਼ਟ ਬੁੱਧੀ ਪਰਿਪੂਰਨ ਪਰਮਾਤਮਾ ਨੇ ਹਿਰ ਲਈ ਉਸ ਦੀ। ਸ਼ੁਭ ਬੁੱਧੀ ਵੀ ਨਹੀਂ ਰਹੀ, ਸਭ ਵਿਕਾਰ ਸੰਯੁਕਤ ਬਚਨ ਬੋਲਦਾ ਹੈ, ਕਿਉਂਕਿ ਵਿਕਾਰੀ ਹੈ ਮਨ। ਨਾ ਬੋਲਣ ਵਾਲੇ ਕਬੋਲ ਬੋਲਦਾ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇਆ। ਫਿੱਕੇ ਬਚਨ ਬੋਲਦਾ ਤਨ ਤੇ ਮਨ ਫਿੱਕਿਆ, ਰੰਗ ਨਹੀਂ ਲੱਗਿਆ। ਸੁਧ ਮਤ ਕਰਤੈ ਸਭ ਹਿਰ ਲਈ, ਪਰਮੇਸ਼ਰ ਨੇ ਸ੍ਰਿਸ਼ਟ ਬੁੱਧੀ ਵੀ ਹਿਰ ਲਈ, ਕਿਉਂਕਿ ਜੋਗ ਨਹੀਂ ਸੀ। ਪਾਤਸ਼ਾਹ ਫਰਮਾਉਂਦੇ ਨੇ ਦਿੱਤੈ ਕਿਤੈ ਨਾ ਸੰਤੋਖੀਐ, ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ। कितने ही पदार्थ के देने से संतोख नहीं करता, बड़े पदार्थ दिते मेरे वाहिगुरु ने पर संतोख नहीं धारिया। अज्ञानी अंधे दे हिरदे विच तृष्णा बहुत है। नानक मन मुखा नालो टुटी भरी, जिन माया मोह प्यार। पातशाही बचन कहते ने गुरु रामदास महाराज। कई बार मनुख चिंतातुर हो जाता कि मेरी टुट गई बड़ी बनी सी, बड़ा नेहों सी, क्यों टुटी, दिन रात कल्पदा ते रोंदा भी है। पर पातशाह गुरदेव बचन कहते ने प्यारिया, भला ही होया चंगा होया तेरी टुट गई, क्योंकि वो माया धारी सी, लोभी लालची सी। चंगा होया टुट गई, दिन रात झगड़े करदा सी, मन विकारी सी, शुभ मत भी उसदी नहीं सी, विकार बोलदा सी क्योंकि मन विकारी सी। संतोख उसके हिरदे घर विच है ही नहीं सी। पातशाह फरमाउंदे ने जे तेरी टुट गई, नानक मन मुखा नालों टुटी भली, जिन माया मोह प्यार। जिन मन मुखा दा अज्ञानियां दा माया दे साथ भाई प्यार है, तिन्हां नालों टुटी भली है। अपनी टुट गई भला होया, क्योंकि आप तो मनमुख नरकां नूं जावणगे, आपां नूं भी लैके जावणगे। क्योंकि जो जैसी संगत मिलै सो तैसो फल खाए। संगत का बड़ा असर है। वे भगत कबीर जी महाराज पावन वचन कहे ने भगत जी ने,
कबीर साकत संग ना कीजिए दूर ही जाइए भाग। साकत मनमुख ਦਾ ਸੰਗ ਨਹੀਂ ਕਰਦਾ, ਦੂਰ ਦੀ ਲੰਘ ਜਾ ਨੇੜੇ ਨਾ ਜਾਈ। ਭਗਤ ਜੀ ਉਪਦੇਸ਼ ਦੇ ਰਹੇ ਸਨ। ਸੰਗਤ ਬੈਠੀ ਇੱਕ ਜਗਿਆਸੂ ਖਲੋ ਗਿਆ, ਉੱਠ ਕੇ ਕਹਿਣ ਲੱਗਾ, ਮਹਾਂਪੁਰਖੋ ਜੇ ਚਲੇ ਜਾਈਏ ਉਸ ਮਨਮੁਖ ਦਾ ਬਚਨ ਨਾ ਮੰਨਾਂਗੇ, ਸਾਕਤ ਦਾ ਬਚਨ ਨਾ ਮੰਨਾਂਗੇ, ਜਾਣ ਵਿੱਚ ਕੀ ਹਰਜ ਹੈ। ਭਗਤ ਜੀ ਕਹਿਣ ਲੱਗੇ, ਪਿਆਰਿਆ ਜੇ ਕਾਲਖ ਵਾਲੇ ਬਰਤਨ ਨੂੰ ਚੁੱਕਣਾ ਕਰੀਏ ਕੁਝ ਨਾ ਕੁਝ ਤੋਂ ਦਾਗ ਲੱਗ ਹੀ ਜਾਂਦਾ ਹੈ। ਭਗਤ ਜੀ ਨੇ ਪਾਵਨ ਬਚਨ ਕਹੇ, ਬਾਸਨ ਕਾਰੋ ਪਾਸੀਐ ਤੋ ਕਛ ਲਾਗੈ ਦਾਗ। ਜੇ ਕਾਲਖ ਵਾਲੇ ਬਰਤਨ ਨੂੰ ਚੁੱਕੀਏ ਕੁਝ ਨਾ ਕੁਝ ਦਾਗ ਤੋਂ ਲੱਗ ਹੀ ਜਾਂਦਾ। ਭਾਵੇਂ ਤੂੰ ਬਚਨ ਨਾ ਮੰਨੇ, ਕੋਈ ਨਾ ਕੋਈ ਬਚਨ ਤਾਂ ਘਰ ਕਰ ਹੀ ਜਾਂਦਾ, ਕਿਉਂਕਿ ਸੰਗ ਕੀਤਾ ਸਾਕਤ ਦਾ। ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ, ਕੀ ਜਵਾਬ ਦੇਵੇਂਗਾ? ਮੈਂ ਸੰਗ ਕਰਦਾ ਸੀ। ਕਿਉਂਕਿ ਉੱਥੇ ਸੱਚੇ ਦੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਵੇੜੇ ਹੁੰਦੇ ਨੇ, ਸਭਨਾਂ ਦੇ ਕਰਮ ਲਿਖੇ ਜਾਂਦੇ ਨੇ। ਖਿੰਨ ਭਲ ਦਾ ਵੀ ਸਤ ਸੰਗੀ ਜਨੋ ਆਪਾਂ ਨੂੰ ਹਿਸਾਬ ਦੇਣਾ ਪੈਂਦਾ ਹੈ। ਉੱਥੇ ਕੋਈ ਰਿਆਤ ਨਹੀਂ ਹੁੰਦੀ, ਕਿਉਂਕਿ ਜਿਸ ਮਾਲਕ ਨੇ ਬੜੇ ਭਾਰੀ ਉਪਕਾਰ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਉਹ ਹਿਸਾਬ ਵੀ ਪੁੱਛੇਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਕਿਉਂਕਿ ਮੇਰੇ ਸਤਿਗੁਰੂ ਦੀ ਬਾਣੀ ਤਿੰਨ ਕਾਲ ਸਤ ਹੈ, ਅਸਤ ਨਹੀਂ। ਲੇਖਾ ਮੰਗਿਆ ਜਾਵੇਗਾ, ਕਿਉਂਕਿ ਬਹੀ 'ਤੇ ਲਿਖਿਆ ਜਾਂਦਾ ਹੈ। ਸੱਚੇ ਪਰਮੇਸ਼ਰ ਦੀ ਸੱਚੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਵੇੜੇ ਨੇ, ਕੋਈ ਵੱਡੀ ਦਲਾਲੀ ਨਹੀਂ ਚੱਲਣੀ। ਜਗਤ ਵਿੱਚ ਝੂਠ ਚੱਲਦਾ, ਮਨੁੱਖ ਕੁਝ ਤੋਂ ਕੁਝ ਕਰਦਾ, ਬਚ ਜਾਂਦਾ, ਪਰ ਉਸ ਸੱਚੀ ਦਰਗਾਹ ਵਿੱਚ ਬਚਿਆ ਨਹੀਂ ਜਾਂਦਾ। ਜਿਹੋ ਜਿਹਾ ਬੀਜ ਬੀਜਿਆ ਵੱਢਣਾ ਪਵੇਗਾ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਆ ਇਹ ਚਿੰਤਾ ਤੁਰ ਨਾ ਹੋਇਆ ਕਰ ਕਿ ਮਨਮੁਖਾਂ ਨਾਲੋਂ ਟੁੱਟ ਗਈ, ਭਲਾ ਹੋਇਆ ਤੇਰਾ, ਚੰਗਾ ਹੋਇਆ ਟੁੱਟ ਗਈ। ਤੂੰ ਸੱਚੇ ਦੇ ਮਾਰਗ 'ਤੇ ਤੁਰ, ਫਿਰ ਬਖਸ਼ੀਸ਼ਾਂ ਹੀ ਬਖਸ਼ੀਸ਼ਾਂ ਨੇ। ਮਾਂ ਨੁੱਖ ਕੀ ਟੇਕ ਵੈਲਥੀ ਸਭ ਜਾਨ, ਮਤ ਟੇਕਾਂ ਰੱਖ ਮਨੁੱਖਾਂ ਦੀਆਂ। ਦੇਵਨ ਕੋ ਇੱਕ ਹੈ ਭਗਵਾਨ, ਦੇਵਨ ਵਾਲਾ ਤਾਂ ਮੇਰਾ ਵਾਹਿਗੁਰੂ ਹੈ। ਤੂੰ ਸਭਨਾਂ ਨੂੰ ਦਾਤਾਂ ਦਿੰਦਾ, ਇੱਕ ਨੂੰ ਨਹੀਂ। ਉਹ ਇੱਕ ਦਾ ਦਾਤਾ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਭਨਾ ਜੀਵਾਂ ਦਾ ਦਾਤਾ ਹੈ। ਖਿੰਨ ਪਲ ਦੀ ਵੀ ਉਹ ਖਬਰ ਰੱਖਦਾ ਹੈ ਕਿ ਮੇਰਾ ਪਿਆਰਾ ਇਹ ਮੈਨੂੰ ਜਪਦਾ ਹੈ। ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ। ਭਾਈ ਨਾਮ ਨੂੰ ਜਪੋਗੇ, ਬੰਦਗੀ ਵਿੱਚ ਜੁੜੋਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਹਾਜ਼ਰਾ ਹਜ਼ੂਰ ਬੈਠੇ ਨੇ, ਛੰਡ ਲਵੋਗੇ, ਜੋ ਮੰਗੋਗੇ ਉਹ ਮਿਲੇਗਾ। ਉਹ ਮਾਲਕ ਤਾਂ ਹਾਜ਼ਰ ਨਾਜ਼ਰ ਹੈ। ਤੋ ਆਪਣਾ ਆਪ ਮੁਰਸ਼ਦ ਨੂੰ ਭੇਟਾ ਕੀਤਾ, ਨਾਮ ਜਪਿਆ ਸਮਰੱਥ ਵਾਹਿਗੁਰੂ ਦਾ, ਫਿਰ ਕਿਉਂ ਨਾ ਬਖਸ਼ੀਸ਼ਾਂ ਹੋਵਣਗੀਆਂ। ਕਿਉਂਕਿ ਉਹ ਵੱਡਾ ਮਾਲਕ ਬੜਾ ਦਿਆਲੂ ਅਤੇ ਕਿਰਪਾਲੂ ਹੈ। ਬਖਸ਼ਿੰਦ ਵੀ ਵੱਡਾ ਹੈ, ਦਇਆ ਦਾ ਸਮੁੰਦਰ ਹੈ, ਔਗਣ ਦੇਖਦਾ ਹੈ ਪਰ ਪਾਲਣਾ ਕਰਦਿਆ ਹੈ। ਕਲਗੀਧਰ ਮਹਾਰਾਜ ਜੀ ਦੇ ਪਾਵਨ ਬਚਨ ਨੇ, ਸਤ ਸੰਗੀ ਜਨੋ ਮੇਰਾ ਵਾਹਿਗੁਰੂ ਦਇਆ ਦਾ ਸਮੁੰਦਰ ਹੈ। ਦਇਆ ਦੀ ਨਿਧ ਦੀਨ ਦਇਆ, ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਖਾਦਾ। ਮਨੁੱਖ ਦੇ ਔਗਣ ਤੇ ਪਾਪ ਦੇਖਦਾ ਹੈ, ਪਾਪੀ ਹੈ, ਵਿਕਾਰੀ ਹੈ, ਔਗਣ ਹਾਰਾ ਹੈ, ਇਸਦਾ ਵਰਤਾਰਾ ਕੈਸਾ ਹੈ, ਪਰ ਫਿਰ ਵੀ ਉਸ ਦੀ ਪਾਲਣਾ ਕਰ ਰਿਹਾ ਹੈ। ਮੇਰਾ ਸਤਿਗੁਰੂ ਕੈਸਾ ਦਿਆਲੂ ਹੈ। ਬਾਬਾ ਜੀ ਨੇ ਬਖਸ਼ੀਸ਼ਾਂ ਕਰਨੀਆਂ ਭਾਈ, ਢਹਿਣ ਵਿੱਚ ਦੇਰੀ, ਬਖਸ਼ਣ ਵਿੱਚ ਕੋਈ ਦੇਰੀ ਨਹੀਂ।
ਤੂੰ ਸੱਚੇ ਹਿਰਦੇ ਨਾਲ ਢਹਿ ਪੈ ਬਖਸ਼ਿਆ ਜਾਵੇਂਗਾ। ਉਹ ਮਾਲਕ ਬੜਾ ਦਿਆਲੂ ਹੈ। ਮਹਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਭਾਉ ਹੈ, ਤਿਨਾਂ ਗੁਰਮੁਖ ਪ੍ਰੀਤ ਨਾ ਹੋਏ। ਜਿਨ੍ਹਾਂ ਦੇ ਹਿਰਦੇ ਵਿੱਚ ਦੂਜਾ ਭਾਵ ਹੈ, ਤਿਨਾਂ ਦੇ ਸਾਥ ਗੁਰਮੁਖਾਂ ਦੀ ਪ੍ਰੀਤੀ ਨਹੀਂ ਹੁੰਦੀ। ਕਿਉਂਕਿ ਦੂਜਾ ਭਾਵ ਹੈ ਉਹਨਾਂ ਦੇ ਹਿਰਦੇ ਵਿੱਚ, ਕਿਵੇਂ ਪ੍ਰੀਤੀ ਹੋਵੇਗੀ, ਕਿਵੇਂ ਮਨ ਜੁੜੇਗਾ। ਉਹ ਆਵੈ ਜਾਏ ਭਵਾਈਐ, ਸੁਪਨੈ ਸੁਖ ਨਾ ਹੋਏ। ਉਹ ਆਉਂਦੇ ਜਾਂਦੇ, ਜਨਮਦੇ ਤੇ ਮਰਦੇ, ਜਨਮਾਂ ਵਿੱਚ ਜੂਨੀਆਂ ਵਿੱਚ ਭਰਮਾਏ ਜਾਂਦੇ ਨੇ ਭਾਈ। ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ, ਭਾਈ ਪਿਆਰਿਓ, ਤਨ ਕਰਕੇ ਝੂਠੇ ਕਰਮ ਕਮਾਉਂਦੇ ਨੇ ਮਨਮੁਖ। ਉਹ ਬਾਣੀ ਕਰਕੇ ਵੀ ਝੂਠ ਬੋਲਦੇ ਨੇ, ਸੱਚ ਨਹੀਂ ਬੋਲਦੇ। ਕਿਉਂਕਿ ਯੁੱਗ ਕਲਯੁੱਗ ਦਾ ਹੈ, ਝੂਠ ਦਾ ਬੜਾ ਬੋਲਬਾਲਾ, ਬੜਾ ਵਰਤਾਰਾ ਹੈ। ਪਾਤਸ਼ਾਹ ਦੇ ਬਚਨ ਵੀ ਨੇ, ਕਲਯੁੱਗ ਰਥ ਅਗਨ ਕਾ ਕੂੜ ਅਗੈ ਰਥਵਾ। ਰਥਵਾ ਹੀ ਕੂੜ ਹੈ। ਮਨੁੱਖ ਝੂਠੀ ਵਾਰਤਾ ਨੂੰ ਤਤਕਾਲ ਮੰਨ ਲੈਂਦਾ, ਸੱਚੀ ਨੂੰ ਨਹੀਂ ਮੰਨਦਾ। ਕਿਉਂਕਿ ਕਲਯੁੱਗ ਦਾ ਅਸਰ ਹੈ। ਕਲਯੁੱਗ ਰਥ ਅਗਨ ਕਾ ਕੂੜ ਅਗੈ ਰਥਵਾ। ਰਥਵਾ ਹੀ ਕੂੜ ਹੈ। ਮਨੁੱਖ ਸੁਤੇ ਕਹਿੰਦਾ ਜਦਾ ਕਿ ਝੂਠ ਨਾ ਬੋਲਾਂ ਗੁਜ਼ਾਰਾ ਨਹੀਂ ਹੁੰਦਾ। ਝੂਠ ਨਾ ਬੋਲਾਂ ਸੰਬੰਧੀ ਪਰਿਵਾਰ ਦੀ ਪਾਲਣਾ ਨਹੀਂ ਹੁੰਦੀ। ਸੁਤੇ ਬੋਲਦਾ ਹੈ। ਪਰ ਪਾਤਸ਼ਾਹ ਫਰਮਾਉਂਦੇ ਨੇ, ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਤਨ ਕਰਕੇ ਝੂਠੇ ਕਰਮ ਕਮਾਉਂਦਾ ਹੈ, ਬਾਣੀ ਕਰਕੇ ਝੂਠ ਬੋਲਦਾ ਹੈ। ਤੇ ਇਹਨਾਂ ਦਾ ਮਨ ਝੂਠ ਵਿੱਚ ਲੱਗ ਗਿਆ, ਫਿਰ ਫਲ ਕੀ ਹੋਵੇਗਾ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਭਾਈ ਝੂਠਾ ਹੀ ਫਲ ਮਿਲੇਗਾ, ਸੱਚਾ ਨਹੀਂ ਮਿਲੇਗਾ, ਝੂਠਾ ਹੀ ਮਿਲੇਗਾ। ਜੇਹਾ ਬੀਜੈ ਸੋ ਲਾਉਣਾ ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜ, ਜਿਵੇਂ ਜ਼ਿਮੀਂਦਾਰ ਕਣਕ ਛੋਲੇ ਆਦਿਕ ਜੋ ਵੀ ਬੀਜ ਬੀਜਦਾ ਹੈ, ਉਹ ਵੱਢਦਾ ਖੱਟਦਾ ਹੈ। ਜ਼ਿਮੀਂਦਾਰ ਝੋਨਾ ਆਦਿਕ ਹੁਣ ਵੱਢਦੇ ਨੇ। ਜੈਸਾ ਬੀਜ ਰੁੱਤ ਨਾਲ ਬੀਜਣਗੇ ਉਹ ਵੱਢਣਾ ਪਵੇਗਾ। ਵੱਢਦੇ ਨੇ, ਖੱਟਦੇ ਨੇ। ਇਤਨਾ ਹੀ ਤਨ ਵੀ ਆਪਣਾ ਧਰਤੀ ਦੀ ਨਿਆਈ ਹੈ। ਇਸ ਤਨ ਸੁੰਦਰ ਦੇ ਵਿੱਚ ਜੈਸਾ ਕਰਮ ਦਾ ਬੀਜ, ਪੁੰਨ ਪਾਪ ਦਾ ਬੀਜਾਂਗੇ, ਵੱਢਣਾ ਤਾਂ ਆਪਾਂ ਨੂੰ ਪੈਣਾ ਹੈ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨ ਸਹਿ ਦੁੱਖ ਰੋਏ। ਪਾਤਸ਼ਾਹ ਫਰਮਾਉਂਦੇ ਨੇ, ਇਹ ਭਾਈ ਪਿਆਰਿਆ, ਜਗਤ ਦੇ ਸੁੱਖਾਂ ਨੂੰ ਦੇਖ ਕੇ ਮੋਹਿਤ ਨਾ ਹੋ ਜਾਇਆ ਕਰ। ਇਹਨਾਂ ਜਗਤ ਦੇ ਸੁੱਖਾਂ ਪਿੱਛੇ ਘਣੇ ਦੁੱਖ ਲੁਕੇ ਹੁੰਦੇ ਨੇ। ਕਿਉਂਕਿ ਮਾਇਆ ਪਦਾਰਥ ਜੋ ਮਾਇਆ ਦਾ ਮੋਹ ਹੈ, ਇਹ ਸਾਰਾ ਹੀ ਦੁੱਖ ਰੂਪ ਹੈ, ਸੁੱਖ ਰੂਪ ਨਹੀਂ। ਸੁਖਦੇਵ ਮੁਨੀ ਜੀ ਨੇ ਜਨਮ ਨਹੀਂ ਲਿਆ, ਪਤਾ ਸੀ ਕਿ ਪ੍ਰਭੂ ਬਾਹਰ ਤੇਰੀ ਮਾਇਆ ਹੈ। 12 ਸਾਲ ਮਾਤਾ ਦੇ ਗਰਭ ਵਿੱਚ ਰਿਹਾ। ਜਦੋਂ ਮਾਤਾ ਨੇ ਅਰਦਾਸਾਂ ਬੇਨਤੀਆਂ ਕੀਤੀਆਂ, ਪ੍ਰਭੂ ਕਿਰਪਾ ਕਰ, ਫਿਰ ਪ੍ਰਭੂ ਪਰਮੇਸ਼ਰ ਨੇ ਕੀ ਬਖਸ਼ਿਸ਼ ਕੀਤੀ, ਅਰਦਾਸ ਦਰਗਾਹ ਵਿੱਚ ਮੰਨੀ ਗਈ। ਫਿਰ ਸੁਖਦੇਵ ਮੁਨੀ ਨੂੰ ਆਖਿਆ ਜਨਮ ਲੈ। ਸੁਖਦੇਵ ਮੁਨੀ ਜੀ ਕਹਿਣ ਲੱਗੇ, ਪ੍ਰਭੂ ਇੱਥੇ ਤੇਰੀ ਯਾਦ ਵਿੱਚ ਜੁੜਿਆ, ਬਾਹਰ ਤੇਰੀ ਮਾਇਆ ਹੈ, ਬਾਹਰ ਜੁੜਿਆ ਨਹੀਂ ਜਾਣਾ। ਪ੍ਰਭੂ ਨੇ ਫਿਰ ਬਚਨ ਕੀਤਾ, ਮੁਨੀ ਜੀ ਜਦ ਤੱਕ ਤੁਸੀਂ ਉਦਾਸੀ ਭਾਵ ਸਮਾਧੀ ਵਿੱਚ ਨਹੀਂ ਲੱਗਦੇ,
ਜਨਮ ਲੈ ਕੇ ਜਦ ਤੱਕ ਤੁਸੀਂ ਸਮਾਧੀ ਵਿੱਚ ਨਹੀਂ ਜੁੜਦੇ ਉਦੋਂ ਤੱਕ ਮਾਇਆ ਨਹੀਂ ਵਿਆਪੇਗੀ। ਮਾਇਆ ਪ੍ਰਭੂ ਨੇ ਰੋਕ ਲਈ, ਕਿਉਂਕਿ ਮਾਇਆ ਵੀ ਪ੍ਰਭੂ ਦੀ ਛਾਇਆ ਹੈ, ਹੁਕਮ ਦੇ ਵਿੱਚ ਹੈ। ਇਹ ਬਾਬਾ ਜੀ ਨੇ ਅਰਦਾਸ ਵਿੱਚ ਬਖਸ਼ਿਸ਼ਾਂ ਕਰਨੀਆਂ, ਹੇ ਮੇਰੇ ਸਤਿਗੁਰੂ ਆਪਣੀ ਮਾਇਆ ਨੂੰ ਮੋੜ ਲਓ, ਚਰਨਾਂ ਨਾਲ ਜੋੜ ਲਓ। ਮਾਇਆ ਰੋਕ ਲਈ ਪਰਮੇਸ਼ਰ ਨੇ, ਤੇ ਜਨਮ ਤੋਂ ਸਮਾਧੀ ਉਦਾਸੀ ਲਈ ਸੁਖਦੇਵ ਮੁਨੀ ਜੀ ਨੇ। ਉਸ ਸਮੇਂ ਜਿਨ੍ਹਾਂ ਦੇ ਜਨਮ ਹੋਏ ਮਹਾਬਲੀ ਯੋਧੇ ਸੂਰਵੀਰ ਰਿਖੀ ਮੁਨੀ ਹੋਏ, ਕਿਉਂਕਿ ਮਾਇਆ ਨਹੀਂ ਵਿਆਪੀ। ਕਿਉਂਕਿ ਮਾਇਆ ਦਾ ਦੁੱਖ ਵੱਡਾ ਹੈ। ਜਿਸ ਮਾਇਆ ਦੇ ਦੰਦ ਵੀ ਨਹੀਂ, ਇਹ ਜਗਤ ਨੂੰ ਖਾ ਗਈ। ਦੇਵੀ ਦੇਵਤਿਆਂ ਨੂੰ ਕਲੰਕਿਤ ਕਰ ਦਿੱਤਾ ਮਾਇਆ ਨੇ। ਐਸੀ ਮਾਇਆ ਬਲ ਵਾਲੀ ਹੈ। ਮਾਇਆ ਮੋਹ ਸਭ ਦੁੱਖ ਹੈ। ਦੁੱਖ ਬਿਨਸੈ ਦੁੱਖ ਰੋਏ, ਇਹ ਮਾਇਆ ਦਾ ਮੋਹ ਸਭ ਦੁੱਖ ਰੂਪ ਹੈ। ਜਦ ਮਾਇਕ ਪਦਾਰਥ ਬਿਨਸ ਜਾਂਦੇ ਨੇ ਤਬ ਦੁੱਖ ਪਾਉਂਦਾ ਹੈ। ਮਨੁੱਖ ਬੜੀ ਮਾਇਆ ਕਤਰ ਕਰਦਾ ਹੈ, ਮੁਸ਼ੱਕਤ ਘਾਲਦਾ, ਮਿਹਨਤ ਕਰਦਾ ਕਿ ਮੈਂ ਸੁੱਖਾਂ ਵਿੱਚ ਵਸਾਂਗਾ, ਮੇਰੇ ਪਾਸ ਧਨ ਮਾਇਆ ਪਦਾਰਥ ਬੜੇ। ਪਰ ਐਸਾ ਸਮਾਂ ਬਣ ਜਾਂਦਾ ਹੈ, ਉਹ ਮਾਇਆ ਚਲੀ ਜਾਂਦੀ ਹੈ, ਇੱਕ ਦੀ ਨਹੀਂ ਬਣਦੀ। ਜੇ ਆਖੀ ਆਪਣੀ ਹੀ ਰਵੇਗੀ, ਚਲੀ ਜਾਂਦੀ ਹੈ, ਹੋਰ ਦੀ ਬਣ ਗਈ। ਫਿਰ ਮਨੁੱਖ ਰੋਂਦਾ ਕੁਰਲਾਉਂਦਾ ਹੈ, ਅੱਤ ਦਾ ਦੁਖੀ ਹੁੰਦਾ, ਮੇਰੀ ਮਾਇਆ ਚਲੀ ਗਈ। ਬਾਬਾ ਮਾਇਆ ਸਾਥ ਨਾ ਹੋਈ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਇ। ਇਹ ਮਾਇਆ ਨੇ ਸਾਥ ਨਹੀਂ ਜਾਣਾ। ਬਿਰਲਿਆਂ ਨੇ ਜਾਣ ਲਿਆ ਰੱਬ ਦੇ ਜਨਾਂ ਨੇ ਮਾਇਆ ਦਾ ਮੋਹ ਝੂਠਾ। ਪਰ ਬਾਬਾ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਵੱਡੀਆਂ ਬਖਸ਼ਿਸ਼ਾਂ ਸਮਤ ਦਿੱਤੀ। ਭਾਈ ਜੁਗ ਕਲ ਯੁਗ ਦਾ ਹੈ, ਨਾਮ ਜਪੋ ਸੱਚੇ ਧਨ ਦੇ ਗਾਹਕ ਬਣੋ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸੈ ਦੁੱਖ ਹੋਏ। ਆਪਣੇ ਦੁੱਖਾਂ ਕਰਕੇ ਮਨੁੱਖ ਫਿਰ ਰੋਂਦਾ ਕੁਰਲਾਉਂਦਾ ਹੈ। ਹਰ ਕਿਸੇ ਪਾਸ ਆਪਣੇ ਦੁੱਖ ਪ੍ਰਗਟ ਕਰਦਾ ਕਿ ਮੈਂ ਅਤ ਦਾ ਦੁਖੀ ਹਾਂ। ਪਰ ਪਾਤਸ਼ਾਹ ਦੇ ਇਹ ਵੀ ਪਾਵਨ ਵਚਨ ਨੇ, ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਜਗਤ ਨੂੰ ਤਾਰਦੇ ਹੋਏ ਵਿੱਚ ਰਹੇ ਸਨ। ਜਾ ਰਹੇ ਨੇ ਪਾਤਸ਼ਾਹ ਗੁਰਦੇਵ ਨਾਲ ਭਾਈ ਬਾਲਾ ਤੇ ਮਰਦਾਨਾ। ਇੱਕ ਸ਼ਾਹੂਕਾਰ ਖੱਟ ਤੇ ਬੈਠਾ, ਬੜੇ ਨੌਕਰ ਚਾਕਰ, ਖੱਟ ਚੱਲਦਾ ਹੈ, ਮੁੱਠੀ ਚਾਬੀ ਵੀ ਕਰ ਰੱਖੇ ਨੇ। ਭਾਈ ਮਰਦਾਨਾ ਕਹਿਣ ਲੱਗਾ, ਪਾਤਸ਼ਾਹ ਦੇਖੋ ਸ਼ਾਹੂਕਾਰ ਕਿੰਨਾ ਸੁਖੀ ਹੈ। ਵੱਡਾ ਖੱਟ ਚੱਲਦਾ ਹੈ, ਬੜੇ ਨੌਕਰ ਚਾਕਰ, ਮੁੱਠੀ ਚਾਬੀ ਪਲੰਗ ਤੇ ਬੈਠਾ ਹੈ। ਪਾਤਸ਼ਾਹ ਗੁਰਦੇਵ ਨੇ ਵਚਨ ਕੀਤੇ, ਮਰਦਾਨਿਆ ਤੈਨੂੰ ਭਰਮ ਹੈ। ਸਤਿਗੁਰੂ ਸਾਹਮਣੇ ਦੇਖ ਰਹੇ ਹਾਂ, ਭਰਮ ਦੀ ਕਿਹੜੀ ਗੱਲ। ਪਾਤਸ਼ਾਹ ਕਹਿਣ ਲੱਗੇ, ਅਸੀਂ ਇਕਾਂਤ ਵਿੱਚ ਬਹਿੰਦੇ ਹਾਂ, ਤੂੰ ਜਾ ਕੇ ਪੁੱਛਿਆ ਫਿਰ ਤੈਨੂੰ ਪ੍ਰਤੀਤ ਹੋਵੇਗਾ, ਇੰਝ ਨਹੀਂ। ਪਾਤਸ਼ਾਹ ਇਕਾਂਤ ਵਿੱਚ ਇੱਕ ਰੁੱਖ ਦੀ ਛਾਵੇਂ ਬੈਠ ਗਏ ਦੂਰ। ਨਾਲ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਗਿਆ। ਪੁੱਛਣਾ ਕੀਤਾ ਉਸ ਸ਼ਾਹੂਕਾਰ ਉਧਾੜ ਨੂੰ। ਸ਼ਾਹੂਕਾਰ ਉੱਠਿਆ ਪਲੰਗ ਤੋਂ, ਨਮਸਕਾਰ ਕੀਤੀ ਕਿ ਰੱਬ ਦਾ ਜਾਨੇ ਆਇਆ ਹੈ। ਪੁੱਛਣਾ ਕੀਤਾ ਭਾਈ ਮਰਦਾਨੇ ਨੇ, ਸ਼ਾਹੂਕਾਰ ਜੀ ਕੁਝ ਪੁੱਛਣਾ ਹੈ। ਅੰਦਰ ਲੈ ਗਿਆ, ਦੱਸੋ ਮਹਾਂਪੁਰਖੋ ਕੀ ਪੁੱਛਣਾ ਹੈ।
ਤੁਸੀਂ ਬਹੁਤ ਸੁਖੀ ਹੋ ਨਾ, ਵੱਡਾ ਤੁਹਾਡਾ ਖੱਟ ਚੱਲਦਾ, ਵੱਡੇ ਨੌਕਰ ਚਾਕਰ ਨੇ, ਸ਼ਾਹੂਕਾਰ ਭੁੱਬਾਂ ਮਾਰ ਕੇ ਰੋਪਿਆ। ਕਹਿਣ ਲੱਗਾ ਮੇਰੇ ਜਿੰਨਾ ਕੋਈ ਦੁਖੀ ਹੀ ਨਹੀਂ, ਮੈਂ ਇੰਨਾ ਦੁਖੀ ਹਾਂ। ਭਾਈ ਮਰਦਾਨਾ ਬੜਾ ਆਸ਼ਚਰਜ ਹੋਇਆ, ਇਹ ਸਤਿਗੁਰਾਂ ਨੇ ਸੱਚ ਹੀ ਕਿਹਾ ਸੀ। ਕੀ ਵਾਰਤਾ ਹੋਈ, ਕਿਉਂ, ਕੈਸਾ ਦੁੱਖ, ਕੋਈ ਧਨ ਪਦਾਰਥ ਦਾ ਦੁੱਖ ਦਾ ਤੈਨੂੰ ਹੈ ਨਹੀਂ, ਦੁੱਖ ਕੈਸਾ ਹੈ? ਫਿਰ ਉਹ ਸ਼ਾਹੂਕਾਰ ਕਹਿਣ ਲੱਗਾ ਮਹਾਂਪੁਰਖੋ, ਮੇਰੀ ਇਸਤਰੀ ਬਿਮਾਰ ਹੋ ਗਈ, ਅੱਜ ਮਰੀ ਤੇ ਕੱਲ੍ਹ ਮਰੀ, ਐਸੀ ਹਾਲਤ। ਪਰ ਮੈਂ ਬੜੀ ਉਸਦੀ ਟਹਿਲ ਹਵਾਈ ਕਰਾਈ। ਇੱਕ ਦਿਨ ਵਾਹਲਤਾ ਹੋਈ, ਉਸਨੇ ਇਹ ਬਚਨ ਕਹੇ ਕਿ ਮੈਂ ਮਰ ਗਈ, ਤੂੰ ਦੂਜੀ ਸ਼ਾਦੀ ਕਰ ਲਵੇਂਗਾ, ਵਿਆਹ ਕਰ ਲਵੇਂਗਾ। ਮੇਰਾ ਬੜਾ ਨੇਖਾ ਸੀ, ਮੈਂ ਉਸ ਨੂੰ ਪ੍ਰਤੀਤ ਕਰਵਾਉਣ ਲਈ ਸਿਸਨ ਕੱਟ ਦਿੱਤਾ ਕਿ ਮੈਂ ਵਿਆਹ ਨਹੀਂ ਕਰਾਵਾਂਗਾ। ਉਹ ਤੰਦਰੁਸਤ ਹੋਈ, ਠੀਕ ਹੋ ਗਈ ਪ੍ਰਭੂ ਜੀ ਨੇ, ਔਰ ਦੂਜੇ ਭਾਵ ਦੇ ਖੋਟੇ ਕਰਮਾਂ ਵਿੱਚ ਲੱਗ ਗਈ। ਮੈਂ ਅਤ ਦਾ ਦੁਖੀ ਹਾਂ। ਭਾਈ ਮਰਦਾਨਾ ਜੀ ਕਹਿਣ ਲੱਗੇ ਚੱਲ, ਤੈਨੂੰ ਸਤਿਗੁਰੂ ਪਾਤਸ਼ਾਹ ਜਗਤ ਦੇ ਮਾਲਕ, ਜਗਤ ਨੂੰ ਤਾਸ ਦੇ ਵਿੱਚ ਰੱਖੇ ਹਨ, ਇਹਨੂੰ ਗੁਰੂ ਸਾਹਿਬ ਕੋਲ ਲੈ ਕੇ ਜਾਵਾਂ, ਉਹ ਤੇਰੀ ਇਸਤਰੀ ਨੂੰ ਵੀ ਬੁਲਾ। ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕੇ ਆਇਆ ਭਾਈ ਮਰਦਾਨਾ। ਫਿਰ ਪਾਤਸ਼ਾਹ ਨੇ ਸਮੱਤ ਦਿੱਤੀ ਉਸਦੀ ਇਸਤਰੀ ਨੂੰ ਵੀ ਪਤ ਵਸਦਾ ਰਹਿਣਾ, ਔਰ ਇਹ ਸ਼ਬਦ ਵੀ ਸਤਿਗੁਰਾਂ ਨੇ ਉੱਥੇ ਉਚਾਰੇ ਆ, ਕਿਉਂਕਿ ਕਰਮ ਗਤੀ ਬੜੀ ਬਲਵਾਨ ਹੈ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਮਨੁੱਖ ਦੇ ਸਵੈਮ ਕੀਤੇ ਕਰਮ ਹੀ ਅੱਗੇ ਆ ਜਾਂਦੇ ਨੇ, ਪਰਮੇਸ਼ਰ ਦਾ ਕੋਈ ਦੋਸ਼ ਨਹੀਂ ਹੁੰਦਾ। ਕਿਉਂਕਿ ਇਹ ਮਾਇਆ ਦਾ ਮੋਹ ਦੁੱਖ ਰੂਪ ਹੈ। ਭਾਵੇਂ ਮਨੁੱਖ ਦਿਨ ਰਾਤ ਕਲਪਦਾ ਹੈ ਮਾਇਆ ਧਨ ਪਦਾਰਥਾਂ ਲਈ, ਕਿ ਮੈਂ ਸੁਖੀ ਹੋ ਜਾਵਾਂਗਾ। ਮਾਇਆ ਧਨ ਬੜਾ ਇਕੱਤਰ ਕਰਕੇ ਫਿਰ ਮੈਂ ਸੁੱਖਾਂ ਵਿੱਚ ਵਸਾਂਗਾ, ਇਹ ਸੋਚਦਾ ਹੈ, ਵਿਚਾਰ ਹਿਰਦੇ ਵਿੱਚ ਰੱਖਦਾ ਹੈ, ਪਰ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਨੇ, ਕਾਹਲ ਦੇ ਵਸ ਪੈ ਜਾਂਦਾ ਹੈ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਕਾਲ ਨੇ ਗ੍ਰਸਤ ਲਿਆ ਨੇ ਮਾਰੂ ਥਲ ਵਿੱਚ, ਮਿਰਗ ਭੱਜਦਾ ਦੌੜਦਾ, ਪਿਆਸ ਲੱਗੀ ਹੈ, ਜਲ ਪ੍ਰਤੀਤ ਹੋਇਆ, ਰੇਤ ਚਮਕੀ, ਉਸਨੂੰ ਜਲ ਪ੍ਰਤੀਤ ਹੁੰਦਾ ਹੈ। ਪਹੁੰਚਿਆ ਤਾਂ ਰੇਤ ਚਮਕਦੀ, ਉਸ ਤੋਂ ਅੱਗੇ ਦੌੜਦਾ ਹੈ ਕਿ ਜਲ ਪ੍ਰਤੀਤ ਹੋ ਰਿਹਾ ਹੈ, ਪਿਆਸ ਨਿਵਰਤ ਹੋਵੇਗੀ। ਉੱਥੇ ਵੀ ਜਾ ਕੇ ਦੇਖਿਆ ਜਲ ਨਹੀਂ, ਰੇਤ ਹੈ। ਐਸੀ ਦੌੜ ਵਿੱਚ ਹੀ ਉਹ ਮ੍ਰਿਤੂ ਹੋ ਜਾਂਦਾ। ਇਸ ਤਰ੍ਹਾਂ ਮਨੁੱਖ ਦੀ ਦੌੜ ਸੁੱਖਾਂ ਦੀ ਹੈ, ਕਿ ਪਦਾਰਥ ਧਨ ਇਕੱਤਰ ਕਰਾਂ, ਇੰਝ ਤੋਂ ਇੰਝ ਕਰਾਂ, ਮੈਂ ਸੁੱਖਾਂ ਵਿੱਚ ਵਸਾਂਗਾ। ਪਰ ਸੁੱਖ ਉਹ ਨਸੀਬ ਹੀ ਨਹੀਂ ਹੁੰਦੇ, ਕਾਲ ਦੇ ਵਸ ਪੈ ਜਾਂਦਾ ਹੈ। ਕਿਉਂਕਿ ਇੱਕ ਦਮ ਦਾ ਵੀ ਆਪਾਂ ਨੂੰ ਭਰੋਸਾ ਨਹੀਂ ਹੈ। ਮਨੁੱਖ ਦਾ ਵੱਡੇ ਵੱਡੇ ਦਾਅਵੇ ਬਣਦਾ। ਪਾਤਸ਼ਾਹ ਫਰਮਾਉਂਦੇ ਨੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਸਾਵੇ ਕੇ ਨਾਮ, ਇੱਕ ਦਮ ਦਾ ਵੀ ਭਰੋਸਾ ਨਹੀਂ। ਪਰ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਧਾਤ ਲਿਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਇ। ਮਾਇਆ ਵਿੱਚ ਆਸਾ ਰੂਪ ਬ੍ਰਹਮ ਵਿੱਚ ਪ੍ਰੀਤੀ ਕਰਨ ਵਾਲੇ ਨੇ ਜੋ, ਤਿਨਾਂ ਦਾ ਮਿਲਾਪ ਨਹੀਂ ਆਉਂਦਾ। ਜੇ ਸਭ ਕੋਈ ਵੀ ਚਾਹੇ, ਮਾਇਆ ਧਾਤ ਲਿਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਇ। ਮਾਇਆ ਵਿੱਚ ਆਸਾ ਰੂਪ ਬ੍ਰਹਮ ਵਿੱਚ ਪ੍ਰੀਤੀ ਜੋ ਕਰਨ ਵਾਲੇ ਨੇ,
ਤਿੰਨਾਂ ਦਾ ਮਿਲਾਪ ਨਹੀਂ ਆਉਂਦਾ। ਜੇ ਸਭ ਕੋਈ ਵੀ ਚਾਹੇ, ਜਿਨ ਕੈ ਪੋਤੈ ਪੁੰਨ ਪਿਆ, ਤਿਨਾ ਗੁਰ ਸਬਦੀ ਸੁਖ ਹੋਏ। ਜਿਨ੍ਹਾਂ ਦੇ ਖਜ਼ਾਨੇ ਵਿੱਚ ਪੁੰਨ ਪਏ ਨੇ, ਪੂਰਬ ਜਨਮਾਂ ਵਿੱਚ ਪੁੰਨ ਕੀਤੇ ਹੋਏ ਨੇ। ਕਿਉਂਕਿ ਜਦੋਂ ਪਰਮੇਸ਼ਰ ਦੀ ਦਿਆਲਤਾ ਹੁੰਦੀ ਹੈ ਸਤਸੰਗੀ ਜਨੋ, ਉਦੋਂ ਪਰਮੇਸ਼ਰ ਫਿਰ ਦਿਆਲ ਹੋ ਕੇ ਕੀ ਦਿੰਦਾ ਹੈ? ਪਾਤਸ਼ਾਹ ਫਰਮਾਉਂਦੇ ਨਹੀਂ, ਫਿਰ ਪਰਮੇਸ਼ਰ ਦਿਆਲ ਹੋ ਕੇ ਆਪਣੇ ਜਨ ਦੀ ਸੰਗਤ ਬਖਸ਼ਦਾ ਹੈ। ਜਦੋਂ ਕਿਰਪਾ ਕਰਦਾ ਹੈ ਮੇਰਾ ਵਾਹਿਗੁਰੂ, ਫਿਰ ਆਪਣੇ ਪਿਆਰੇ ਭਗਤ ਦੀ ਸੰਗਤ ਕੇਸ ਦਾ ਉਧਾਰ ਹੋ ਜਾਵੇ, ਨਾਮ ਜਪੇ ਤਰ ਜਾਵੇ। ਅਗਿਆਨ ਅਵਿਦਿਆ ਦਾ ਨਾਸ, ਗਿਆਨ ਦਾ ਪ੍ਰਕਾਸ਼ ਰੱਬ ਦੇ ਜਨ ਕਰ ਦਿੰਦੇ ਨੇ। ਕਿਉਂਕਿ ਦਿਆਲਤਾ ਦੇ ਪੁੰਨ ਵੱਡੇ ਨੇ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਮ। ਕਿਰਪਾ ਮੇਰੇ ਵਾਹਿਗੁਰੂ ਦੀ ਹੁੰਦੀ ਹੈ। ਰੱਬ ਦਾ ਜਨ ਇੰਝ ਨਹੀਂ ਮਿਲ ਜਾਂਦਾ, ਇਹ ਵੀ ਆਪਣੇ ਪੁੰਨ ਨੇ, ਵੱਡੇ ਭਾਗ ਨੇ। ਫਿਰ ਮੇਰਾ ਵਾਹਿਗੁਰੂ ਬਖਸ਼ਿਸ਼ ਮਹਿਰਾਮਤ ਕਰਦਾ। ਜਿਨ ਕੋ ਪੋਤੈ ਪੁੰਨ ਪਿਆ, ਤਿਨਾ ਗੁਰ ਸਬਦੀ ਸੁਖ ਹੋਏ। ਭਾਈ ਜਿਨ੍ਹਾਂ ਦੇ ਖਜ਼ਾਨੇ ਵਿੱਚ ਪੁੰਨ ਪਏ ਨੇ, ਜਿਨ੍ਹਾਂ ਨੇ ਪੂਰਵ ਜਨਮ ਵਿੱਚ ਪੁੰਨ ਕੀਤੇ ਹੋਏ ਨੇ, ਸਤਿਗੁਰੂ ਫਰਮਾਉਂਦੇ ਨੇ, ਪੂਰਬ ਕਰਮ ਔਂਕੜ ਜਬ ਪ੍ਰਗਟੇ, ਭੇਟਿਓ ਪੁਰਖ ਰਸ ਬੈਰਾਗੀ। ਬੇਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਹਤਰਾਂ ਦੇ ਪੁੰਨ ਯੋਧੇ ਹੋਏ, ਅੰਧੇਰਾ ਮਿਟ ਗਿਆ, ਗਿਆਨ ਦਾ ਪ੍ਰਕਾਸ਼ ਹੋਇਆ, ਅਗਿਆਨ ਦੂਰ ਹੋਇਆ। ਰਸ ਵਿੱਚ ਰਸਿਆ ਹੋਇਆ, ਮਹਾਤਮਾ ਮਿਲਿਆ, ਰੱਬ ਦਾ ਜਨ ਮਿਲਿਆ, ਤਰ ਗਏ। ਕਿਉਂਕਿ ਤਿੰਨ ਗੁਰ ਸ਼ਬਦੀਆਂ ਨੂੰ ਫਿਰ ਸੁੱਖ ਮਿਲਦਾ ਹੈ, ਉਹਨਾਂ ਦੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ। ਪੌੜੀ ਮਹੱਲਾ ਪੰਜਵਾ, ਨਾਨਕ ਵਿਚਾਰੇ ਸੰਤ ਮਨ, ਜਨਾ ਚਾਰ ਵੇਦ ਕਹਾਂਦੇ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਨਾਨਕ ਵਿਚਾਰਹਿ ਸੰਤ ਮਨ, ਜਨਾ ਚਾਰ ਵੇਦ ਕਹਾਂਦੇ। ਸੰਤ ਤੇ ਮੁਨੀ ਜਨ ਵਿਚਾਰਦੇ ਨੇ। ਚਾਰ ਵੇਦ ਵੀ ਜੋ ਚਾਰ ਯੁੱਗਾਂ ਦੇ ਚਾਰ ਵੇਦ ਨੇ, ਉਹ ਵੀ ਕਹਿੰਦੇ ਨੇ। ਕੀ ਕਹਿੰਦੇ ਨੇ ਚਾਰ ਵੇਦ? ਤੇ ਰੱਬ ਦੇ ਸੰਤ ਮੁਨੀ ਜਨ ਵੀ ਵਿਚਾਰਦੇ ਨੇ। ਕੀ ਵਚਨ ਕਹੇ ਨੇ ਉਹਨਾਂ ਨੇ? ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਭਗਤ ਮੁਖੈ ਤੇ ਬੋਲਦੇ, ਸੇ ਬਚਨ ਹੋਵੰਦੇ। ਪ੍ਰਗਟ ਪਹਾੜੈ ਜਾਪਦੇ, ਸਭ ਲੋਕ ਸੁਣਦੇ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ੀਸ਼ਾਂ ਦੇ ਦਾਤੇ, ਗਰੀਬ ਨਵਾਜ ਪਾਤਸ਼ਾਹ, ਇਹ ਪਾਵਨ ਉਪਦੇਸ਼ ਦਿੰਦੇ ਨੇ। ਪਿਆਰਿਓ, ਚਾਰ ਵੇਦ ਵੀ ਕਹਿੰਦੇ ਨੇ, ਰੱਬ ਦੇ ਜਨ ਸੰਤ ਮੁਨੀ ਜਨ ਵੀ ਕਹਿੰਦੇ ਨੇ ਵਿਚਾਰ ਕੇ, ਕਿ ਜੋ ਬਚਨ ਰੱਬ ਦੇ ਜਨ ਭਗਤ ਮੁਖੋਂ ਬੋਲ ਦਿੰਦੇ ਨੇ, ਉਹ ਸਤ ਹੁੰਦੇ ਨੇ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਤਾਰਿਆ। ਕਿਉਂਕਿ ਅਟਲ ਬਚਨ ਰੱਬ ਦੇ ਜਨ ਦਾ, ਅਜਾਮਲ ਵੇਸ਼ਵਾਗਾਮੀ ਸੀ। ਰੱਬ ਦੇ ਜਨ ਆਏ ਮਹਾਤਮਾ, ਟਹਿਲ ਕੀਤੀ, ਸੇਵਾ ਕੀਤੀ। ਬੜੀ ਸੋਝੀ ਸੀ, ਗਿਆਨ ਸੀ ਕਿ ਜਮਾਂ ਦੇ ਵਸ ਪਾਵਾਂਗਾ, ਸਜਾਵਾਂ ਮਿਲਣਗੀਆਂ, ਮੈਂ ਵੇਸ਼ਵਾਗਾਮੀ। ਅਜਾਮਲ ਨੂੰ ਦੇਸ਼ ਨਿਕਾਲਾ ਹੋਇਆ ਸੀ ਕਿ ਮਾੜੇ ਕਰਮਾਂ ਦਾ ਫਲ, ਕਲਾ ਵਤਨੀ ਨਾਲ ਸੰਗ ਹੋ ਗਿਆ। ਪਰ ਜਦੋਂ ਰੱਬ ਦੇ ਜਨ
ਦੀ ਸੇਵਾ ਕੀਤੀ, ਮਹਾਤਮਾ ਦੀ ਮੰਡਲੀ ਆਈ, ਚਰਨਾਂ ਤੇ ਸੀਸ ਰੱਖ ਦਿੱਤਾ। ਜਦੋਂ ਸੇਵਾ ਟਹਿਲ ਕਰਕੇ ਮਹਾਤਮਾ ਜਾਣ ਲੱਗੇ, ਮਹਾਤਮਾ ਕਹਿਣ ਲੱਗੇ, ਅਜਾਮਲ ਕਿਉਂ ਰੋਂਦਾ ਹੈ, ਕੀ ਗੱਲ ਹੈ? ਵਾਹ ਪੁੱਛੋ, ਮੈਂ ਵੇਸ਼ਵਾਗਾਮੀ ਹਾਂ, ਮੈਨੂੰ ਤਾਰੋ। ਹੁਣ ਅੱਗਾ ਨੇੜੇ ਹੈ, ਪਿੱਛਾ ਤਾਂ ਦੂਰ ਰਹਿ ਗਿਆ, ਪਤਾ ਨਹੀਂ ਕਦੋਂ ਚਲੇ ਜਾਣਾ। ਵੱਡੀਆਂ ਸਜ਼ਾਵਾਂ ਦੇ ਦਰਗਾਹ ਦੀਆਂ, ਤੁਸੀਂ ਦਿਆਲੂ ਪਰਉਪਕਾਰੀ ਹੋ, ਮੇਰੇ 'ਤੇ ਪਰਉਪਕਾਰ ਕਰੋ। ਮਹਾਤਮਾ ਨੇ ਪੁੱਛਿਆ, ਜਾਮਲ ਤੇਰੇ ਕਿੰਨੇ ਪੁੱਤਰ ਨੇ? ਆਹ ਪੁਰਖੋ ਸਤਵਾਂ ਜਨਮਿਆ ਹੈ, ਸਤਵੇਂ ਦਾ ਨਾਮ ਨਾਰਾਇਣ ਰੱਖ ਲਈ, ਤਰ ਜਾਵੇਂਗਾ ਜਾਮਲ। ਸਤ ਬਚਨ ਕਹਿ ਦਿੱਤੇ ਵੇ, ਦੂਜੀ ਗੱਲ ਨਹੀਂ ਕਹੀ, ਕਿਉਂਕਿ ਪਤਾ ਸੀ ਜਾਮਲ ਨੂੰ ਰੱਬ ਦੇ ਜਨ ਦੇ ਬੋਲ ਤਿੰਨ ਕਾਲ ਸਤ ਨੇ। ਵੇ ਅੰਦਰੋਂ ਮਨ ਬੜਾ ਖੁਸ਼ ਹੋਇਆ, ਹੁਣ ਮੈਂ ਤਰ ਗਿਆ, ਹੁਣ ਜਮਾਂ ਦੇ ਬਸ ਨਹੀਂ ਪਵਾਂਗਾ, ਜਮ ਮੇਰੇ ਨੇੜੇ ਨਹੀਂ ਆਵਣਗੇ। ਨਾਰਾਇਣ ਕਹਿਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਪਾਵਨ ਬਚਨ ਨੇ, ਅਜਾਮਲ ਕੋ ਅੰਤ ਕਾਲ ਮੈਂ, ਨਾਰਾਇਣ ਸੁਧ ਆਈ। ਜਹਾਂ ਗਤ ਕੋ ਜੋਗੀਸਰ ਵਾਂਸ਼, ਤਸੋ ਗਤ ਛਿਨ ਮੈਂ ਪਾਈ। ਉਹ ਛਿਨ ਵਿੱਚ ਗਤੀ ਪਾ ਲਈ। ਉਹ ਮੁਨੀ ਜਨ ਜੋਗੀਸ਼ਵਰ ਵਾਂਸ਼ ਦੇ ਲੋਚਦੇ ਨੇ, ਕਿਉਂਕਿ ਬਚਨ ਰੱਬ ਦੇ ਜਨ ਦਾ ਜੋ ਬੋਲ ਉਹ ਸਤ ਹੈ। ਸੰਤੋ ਸਾਗਰ ਪਾਰੀ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ ਉਤਰਦਾ ਹੈ। ਜੋ ਭਗਤ ਮੁਖ 'ਤੇ ਬੋਲਦੇ ਨੇ, ਉਦੋਂ ਅੰਤ ਦਾ ਸਮਾਂ ਆਇਆ ਜਾਮਲ ਦਾ, ਜਮਦੂਤ ਲੈਣੇ ਆਏ, ਬੜੀਆਂ ਭਿਆਨਕ ਸੂਰਤਾਂ, ਬੜਾ ਡਰਿਆ ਜਾਮਲ। ਪੁੱਤਰ ਹਿਤ ਨਾਰਾਇਣ ਕਹਿਓ, ਆਵਾਜ਼ਾਂ ਮਾਰਦਾ ਕਿ ਪੁੱਤਰ ਨਾਰਾਇਣ ਮੈਨੂੰ ਬਚਾ। ਫਿਰ ਕੈਸੀ ਬਖਸ਼ੀਸ਼ ਹੋਈ ਪ੍ਰਭੂ ਦੀ, ਦੇਵਗਣ ਆਏ ਬਵਾਨ ਲੈ ਕੇ, ਜਮਦੂਤਾਂ ਨੂੰ ਨੇੜ ਨਹੀਂ ਹੋਣ ਦਿੱਤਾ, ਲੈ ਗਏ ਅਜਾਮਲ ਨੂੰ ਵਿਮਾਨ ਵਿੱਚ ਬਿਠਾਲ ਕੇ ਬੈਕੁੰਠ ਵਿੱਚ। ਜਦੋਂ ਜਮਦੂਤ ਧਰਮਰਾਜ ਦੇ ਹਜ਼ੂਰ ਗਏ, ਬੇਨਤੀ ਕੀਤੀ, ਮਹਾਰਾਜ ਪਾਪੀ ਸੀ, ਵੇਸ਼ਵਾਗਾਮੀ ਸੀ, ਦੇਵਗਣ ਲੈ ਗਏ, ਹੁਕਮ ਹੋਵੇ ਲੈ ਕੇ ਆਈਏ। ਧਰਮਰਾਜ ਜੀ ਕਹਿਣ ਲੱਗੇ, ਨਾ ਮੈਂ ਛੁੱਟਾਂਗਾ ਨਾ ਤੁਸੀਂ ਛੁੱਟੋਗੇ, ਤੁਸੀਂ ਨੇੜੇ ਨਹੀਂ ਜਾਣਾ, ਕਿਉਂਕਿ ਬਚਨ ਰੱਬ ਦੇ ਜਨ ਦੇ। ਕਿਉਂਕਿ ਜੋ ਪਰਮਾਤਮਾ ਦੇ ਪਿਆਰੇ ਭਗਤ ਨੇ, ਉਹਨਾਂ ਦੇ ਬਚਨ ਤਿੰਨ ਕਾਲ ਸਤ ਨੇ। ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ, ਭੁੱਲ ਕੇ ਵੀ ਨਿਕਟ ਨਾ ਜਾਇਓ, ਨਾ ਮੈਂ ਛੁੱਟਾਂਗਾ ਨਾ ਤੁਸੀਂ ਛੁੱਟੋਗੇ, ਕਿਉਂਕਿ ਉਹ ਰੱਬ ਦੇ ਜਨ ਦੇ ਬੋਲ ਨੇ, ਉਹ ਸਤ ਨੇ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਭਾਈ ਚਾਰੇ ਵੇਦ ਕਹਿੰਦੇ ਨੇ, ਸੰਤ ਮੁਨੀ ਜਨ ਵੀ ਕਹਿੰਦੇ ਨੇ, ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣੰਦੇ। ਪ੍ਰਗਟ ਹੀ ਪਸਾਰੇ ਵਿੱਚ ਜਾਣੇ ਜਾਂਦੇ ਨੇ, ਜਗਤ ਸੰਸਾਰ ਵਿੱਚ ਸਭ ਲੋਕ ਵੀ ਸੁਣਦੇ ਨੇ ਕਿ ਭਗਤ ਦੇ ਬੋਲ ਸੀ, ਇੰਝ ਹੋਣਾ ਅੱਜ ਜਗਤ ਵਿੱਚ ਉਹ ਹੋ ਰਿਹਾ। ਕਿਉਂਕਿ ਜੋ ਮਹਾਂਪੁਰਸ਼ਾਂ ਦੇ ਵਚਨ ਉਹ ਤਿੰਨ ਕਾਲ ਸਤ ਨੇ, ਅਸਤ ਨਹੀਂ। ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਹੰਦੇ, ਓਏ ਲੋਚਨ ਓਨਾ ਗੁਣੈਨੋ, ਓਏ ਅਹੰਕਾਰ ਸੜੰਦੇ। ਪਾਤਸ਼ਾਹ ਫਰਮਾਉਂਦੇ ਨੇ, ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਹੰਦੇ। ਉਹ ਮੂਰਖ ਪੁਰਸ਼ ਜੋ ਸੰਤਾਂ ਦੇ ਨਾਲ ਖਹਿੰਦੇ ਨੇ, ਭਾਵ ਕਬੂਲ ਵੀ ਬੋਲਦੇ ਨੇ, ਵੈਦ ਰੱਖਦੇ ਨੇ ਰੱਬ ਦੇ ਜਨਾਂ ਨਾਲ, ਫਕੀਰਾਂ ਨਾਲ, ਭਗਤਾਂ ਨਾਲ, ਉਹ ਸੁੱਖ ਨਹੀਂ ਪਾਉਂਦੇ। ਉਹ ਸੰਤ ਜਨ ਤੋਂ ਉਹਨਾਂ ਨੂੰ ਗੁਣ ਦੇਣ ਨੂੰ ਚਾਹੁੰਦੇ ਨੇ, ਇਹਨਾਂ ਦਾ ਭਲਾ ਹੋ ਜਾਵੇ।
ਕਿਉਂਕਿ ਰੱਬ ਦਾ ਜਨ ਪਰਿ ਉਪਕਾਰੀ ਹੁੰਦਾ। ਬ੍ਰਹਮ ਗਿਆਨੀ ਪਰਿ ਉਪਕਾਰਿ ਓ ਮਾਹਾ, ਕਿ ਇਹ ਔਗਣਹਾਰਾ ਪਾਪੀ ਤਰ ਜਾਵੇ। ਉਹ ਯਤਨ ਕਰਦੇ ਹੀ ਰਹਿੰਦੇ ਨੇ। ਵੇ ਵਿਆਸ ਲਿਖੀ ਜੀ ਜਾ ਰਹੇ ਸਨ, ਨਾਲ ਸੇਵਕ ਨੇ ਉਹਨਾਂ ਦੇ। ਗੰਗਾ ਦੇ ਕੰਢੇ 'ਤੇ ਜਾ ਰਹੇ ਸਨ, ਕੀ ਦੇਖਿਆ ਖਲੋ ਗਏ ਇੱਕ ਵਿਛੂ ਜੀਵ ਤੜਫ ਰਿਹਾ ਹੈ ਜਲ ਵਿੱਚ। ਬਾਹਰ ਕੱਢਣ ਲੱਗੇ ਡੰਗ ਮਾਰਿਆ, ਦੁਬਾਰਾ ਫਿਰ ਕੱਢਣ ਲੱਗੇ ਫਿਰ ਡੰਗ ਮਾਰਿਆ। ਸੇਵਕ ਕਹਿਣ ਲੱਗਾ ਮਹਾਂਪੁਰਖੋ ਕਿਉਂ ਕੱਢਦੇ ਹੋ, ਤੁਹਾਡੇ ਡੰਗ ਮਾਰਿਆ। ਵਿਆਸ ਲਿਖੀ ਜੀ ਕਹਿਣ ਲੱਗੇ ਇਸ ਦਾ ਸੁਭਾਵ ਹੈ ਡੰਗ ਮਾਰਨਾ, ਸਾਡਾ ਸੁਭਾਵ ਹੈ ਇਸ ਨੂੰ ਉਤਾਰਨਾ। ਤੀਜੀ ਵਾਰ ਬਾਹਰ ਕੱਢ ਦਿੱਤਾ। ਇਹ ਆਪਣਾ ਸੁਭਾਵ ਨਹੀਂ ਛੱਡਦਾ, ਫਿਰ ਅਸੀਂ ਕਿਵੇਂ ਛੱਡ ਦੇਂਗੇ। ਜੋ ਸਾਡਾ ਸੁਭਾਵ ਪਰਿ ਉਪਕਾਰ ਕਰਨ ਦਾ, ਇਸ ਦਾ ਸੁਭਾਵ ਡੰਗ ਮਾਰਨ ਦਾ, ਇਹ ਨਹੀਂ ਛੱਡਦਾ, ਅਸੀਂ ਕਿਵੇਂ ਛੱਡਾਂਗੇ। ਕਿਉਂਕਿ ਰੱਬ ਦੇ ਜਨ ਪਰਿ ਉਪਕਾਰੀ ਹੁੰਦੇ ਨੇ। ਬ੍ਰਹਮ ਗਿਆਨੀ ਪਰਿ ਉਪਕਾਰ ਓ ਮਾਹਾ, ਉਹਨਾਂ ਨੇ ਤਾਰਨਾ ਹੈ। ਸੁੱਖ ਨਾ ਪਾਏ ਨਾ ਮੁਕਤ ਨਾਲ, ਸੰਤ ਨਾਲ ਖਹੰਦੇ। ਜੋ ਰੱਬ ਦੇ ਜਨਾਂ ਨਾਲ ਸੰਤਾਂ ਨਾਲ ਕਹਿੰਦੇ ਨੇ ਭਾਈ, ਉਹ ਸੁੱਖ ਨਹੀਂ ਪਾਉਂਦੇ। ਉਹਨਾਂ ਦੇ ਸੁੱਖ ਵੀ ਦੁੱਖਾਂ ਵਿੱਚ ਬਦਲ ਜਾਂਦੇ ਨੇ, ਜੋ ਰੱਬ ਦੇ ਜਨ ਨੂੰ ਦੁੱਖ ਦਿੰਦੇ ਨੇ। ਉਹ ਸੰਤ ਤਾਂ ਗੁਣ ਦੇਣ ਨੂੰ ਚਾਹੁੰਦੇ ਨੇ, ਪਰ ਉਹ ਹੰਕਾਰ ਵਿੱਚ ਦਿਨ ਰਾਤ ਸੜਦੇ ਰਹਿੰਦੇ ਨੇ। ਓਏ ਵਿਚਾਰੇ ਕਿਆ ਕਰੇ, ਜਾ ਭਾਗ ਧੁਰ ਮੰਦੇ। ਜੋ ਮਾਰੇ ਤਿੰਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਪਾਤਸ਼ਾਹ ਉਹਨਾਂ ਨੂੰ ਵਿਚਾਰੇ ਕਹਿੰਦੇ ਨੇ, ਕਾਰਨ ਉਹਨਾਂ ਦੇ ਭਾਗ ਧੁਰੋਂ ਮੰਦੇ ਨੇ ਭਾਈ। ਉਹ ਇਹ ਵਿਚਾਰੇ ਕਿਆ ਕਰੇ, ਜਾਂ ਭਾਗ ਧੁਰ ਮੰਦੇ। ਉਹ ਵਿਚਾਰੇ ਕੀ ਕਰਨ ਜੋ ਧੁਰੋਂ ਹੀ ਮੰਦੇ ਭਾਗ ਉਹ ਲਿਖਾ ਕੇ ਆਏ ਨੇ। ਕਿਉਂਕਿ ਲਿਖਿਆ ਜਾਂਦਾ, ਜੋ ਆਪਾਂ ਜਗਤ ਵਿੱਚ ਵਿਚਰਦੇ ਹਾਂ, ਕਿਸੇ ਨਾਲ ਬੋਲਦੇ ਹਾਂ, ਕਾਰ ਵਿਹਾਰ ਧੰਦੇ ਕਰਦੇ ਹਾਂ, ਮਿਲਦੇ ਹਾਂ, ਸਭ ਕੁਝ ਲਿਖਿਆ। ਸਭ ਕੁਝ ਗਿਣਤੀ ਤੇ ਮਿਣਤੀ ਵਿੱਚ ਹੈ। ਪਾਤਸ਼ਾਹ ਗੁਰਦੇਵ ਦੇ ਬਚਨ, ਤਿੰਨ ਕਾਲ ਸਤ ਨੇ ਅਸਤ ਨਹੀਂ। ਪਾਤਸ਼ਾਹ ਫਰਮਾਉਂਦੇ ਨੇ, ਰੇ ਜਨ ਲੇਖੈ ਚਾਲੈ, ਲੇਖੈ ਵੈਸੈ, ਲੇਖੈ ਲੈਂਦਾ ਸਾਹਾ। ਜਿਤਨੇ ਕਦਮ ਆਪਾਂ ਚੱਲਦੇ ਵੀ ਹਾਂ ਉਹ ਲਿਖੇ ਹੋਏ ਨੇ, ਆਪਣੇ ਬੈਠੇ ਹਾਂ ਉਹ ਵੀ ਲਿਖਿਆ। ਉਹ ਸਵਾਸ ਗਰਾਸ ਲੈਂਦੇ ਉਹ ਵੀ ਲਿਖਿਆ, ਅਤੇ ਗਿਣਤੀ ਮਿਣਤੀ ਦੇ ਨੇ। ਇਹ ਸਵਾਸ ਜੋ ਲੈਂਦੇ ਮਤ ਦਾਵੇ ਬੰਨਿਆ ਕਰੀਏ। ਪਾਤਸ਼ਾਹ ਫਰਮਾਉਂਦੇ ਨੇ ਪਿਆਰੀ, ਉਹਨਾਂ ਦੇ ਭਾਗ ਧੁਰੋਂ ਮੰਦੇ ਲਿਖਾਏ ਨੇ ਵਿਚਾਰੇ, ਜੋ ਤਿਸ ਪਾਰ ਬ੍ਰਹਮ ਨੇ ਆਪ ਮਾਰੇ ਨੇ। ਤੇ ਕਿਸੇ ਕੇ ਵੀ ਨਹੀਂ, ਸੋ ਕਿਸੇ ਦੇ ਵੀ ਨਹੀਂ ਬਣਦੇ ਉਹ, ਜੋ ਪ੍ਰਭੂ ਨੇ ਆਪ ਮਾਰੇ ਹੋਏ ਨੇ। ਜੋ ਮਾਰੇ ਤਿੰਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ। ਉਹ ਕਿਸੇ ਦੇ ਕੀ ਬਣਨਗੇ ਜੋ ਪ੍ਰਭੂ ਦੇ ਮਾਰੇ ਹੋਏ ਨੇ। ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜੋ ਨਿਰਵੈਰਾਂ ਦੇ ਨਾਲ ਵੈਰ ਕਰਦੇ ਨੇ, ਜਿਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ, ਜੋ ਸਭ ਦਾ ਭਲਾ ਲੋਚਦੇ ਨੇ, ਉਹਨਾਂ ਨਾਲ ਵੈਰ ਕਰਦੇ ਨੇ। ਸੋ ਧਰਮ ਦੇ ਨਿਆਏ ਕਰਕੇ ਭਾਈ ਉਹ ਸੜਦੇ ਨੇ। ਜੋ ਜੋ ਮਨਮੁੱਖਾਂ ਦਾ ਸਮੁਦਾਇ ਸੰਤਾਂ ਦਾ ਸਰਾਫਿਆ ਹੋਇਆ, ਸੋ ਪਾਉਂਦੇ ਫਿਰਦੇ ਨੇ ਦੁਨੀਆਂ ਵਿੱਚ, ਦੁੱਖ ਪਾਉਂਦੇ ਨੇ। ਪੇੜ ਮੁੰਡਾਹੂ ਕਟਿਆ, ਤਿਸ ਡਾਲ ਸੁਕੰਦੇ। ਜੋ ਬਿਰਛ
ਦਾ ਪੇੜ ਮੂਲ ਸੇ ਕਟਿਆ ਜਾਵੇ, ਜੜ ਤੋਂ ਪੇੜ ਕਟਿਆ ਜਾਵੇ ਬਿਰਛ, ਤੇ ਦੇ ਡਾਲੇ ਭਾਈ ਸੁਭਾਵਕ ਸੁੱਕ ਜਾਂਦੇ ਨੇ। ਦ੍ਰਿਸ਼ਟਾਂਤ ਦਿੰਦੇ ਨੇ ਪਾਤਸ਼ਾਹ ਕਿ ਜਿਨ੍ਹਾਂ ਨੇ ਆਦਿ ਤੋਂ ਹੀ ਸਾਰੇ ਸੁੱਖਾਂ ਦਾ ਮੂਲ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਿਆ। ਜੋ ਸਾਰੇ ਸੁੱਖਾਂ ਦਾ ਮੂਲ ਹੈ ਮੇਰੇ ਵਾਹਿਗੁਰੂ ਦੀ ਬੰਦਗੀ, ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਇਹਨਾਂ ਦੇ ਪਰਲੋਕ ਵਿੱਚ ਸੁੱਖ ਪ੍ਰਾਪਤੀ ਰੂਪ ਟਾਸ ਸੁੱਕ ਜਾਂਦੇ ਨੇ, ਸੁੱਖ ਨਹੀਂ ਮਿਲਦੇ। ਸਲੋਕ ਮਹੱਲਾ ਪੰਜਵਾਂ। ਗੁਰ ਨਾਨਕ ਹਰਿ ਨਾਮ ਨਿਰੜਾਇਆ, ਭੰਨਣ ਘੜਨ ਸਮਰੱਥ, ਪ੍ਰਭ ਸਦਾ ਸੰਭਾਲਹਿ ਮਿੱਤਰ ਤੂੰ, ਦੁੱਖ ਸਵਾਇਆ ਲੱਥ। ਇਹ ਭਾਈ ਮੇਰਾ ਵਾਹਿਗੁਰੂ ਭੰਨਣ ਘੜਨ ਸਮਰੱਥ ਦਾ ਨਾਮ, ਜਿਨ੍ਹਾਂ ਨੂੰ ਗੁਰੂ ਪੂਰੇ ਨੇ ਦ੍ਰਿੜਾਇਆ ਕਿ ਪਿਆਰਿਆ ਨਾਮ ਜਪ, ਗੁਰੂ ਵਾਲਾ ਬਣ। ਕਿਉਂਕਿ ਨਗੁਰੇ ਪੁਰਸ਼ ਦੀ ਗਤੀ ਨਹੀਂ ਹੁੰਦੀ ਜਦ ਤੱਕ ਗੁਰੂ ਵਾਲਾ ਨਾ ਬਣੇ। ਤਿੰਨਾਂ ਦਾ ਦੁੱਖ ਸਭ ਲੈ ਗਿਆ ਕਿ ਮਿੱਤਰ ਬੜੇ ਪਿਆਰ ਨਾਲ ਕਹਿੰਦੇ ਨੇ ਮੇਰੇ ਪਾਤਸ਼ਾਹ, ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਹੈ ਮਿੱਤਰਾ, ਜੇਕਰ ਤੂੰ ਵੀ ਸਦਾ ਯਾਦ ਕਰੇ ਮੇਰੇ ਵਾਹਿਗੁਰੂ ਤਾਂ ਤੇਰਾ ਸਭ ਦੁੱਖ ਲੈ ਜਾਵੇਗਾ। ਤੂੰ ਨਾਮ ਤਾਂ ਜਪ, ਬੰਦਗੀ ਵਿੱਚ ਜੁੜ, ਫਿਰ ਦੇਖ ਰਸ ਤੇ ਆਨੰਦ ਮੇਰੇ ਪ੍ਰਭੂ ਦੀ ਬੰਦਗੀ ਦਾ। ਕਹਿੰਦਾ ਮੈਂ ਅਤ ਦਾ ਦੁਖੀ ਹਾਂ, ਤੇਰੇ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਵਣਗੇ। ਮਹੱਲਾ ਪੰਜਵਾਂ। ਖੁਦਿਆਵੰਤ ਨਾ ਜਾਣੀ, ਲਾਜ ਕੁਲਾਜ ਕਬੋਲ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਪਾਤਸ਼ਾਹ ਫਰਮਾਉਂਦੇ ਨੇ ਜਿਸ ਤਰ੍ਹਾਂ ਭੁੱਖਾ ਪੁਰਸ਼, ਅੱਤ ਦੀ ਭੁੱਖ ਲੱਗੀ ਹੋਵੇ ਪੁਰਸ਼, ਤੇ ਲਾਜ ਤੇ ਖੋਟੀ ਲਾਜ ਨੂੰ, ਖੋਟੇ ਬਚਨਾਂ ਨੂੰ ਨਹੀਂ ਉਹ ਜਾਣਦਾ, ਕੋਈ ਕਬੋਲ ਬੋਲਦਾ ਕਿ ਲੋਕ ਕੀ ਕਹਿਣਗੇ। ਉਹ ਲਾਜ ਤੇ ਖੋਟੀ ਲਾਜ ਨੂੰ, ਖੋਟੇ ਬਚਨਾਂ ਨੂੰ ਨਹੀਂ ਜਾਣਦਾ ਕਿ ਉਹ ਭੁੱਖ ਮਿਟਾਉਣੀ ਹੈ, ਅਤ ਦਾ ਭੁੱਖਾ। ਖੁਦਿਆਵੰਤ ਨਾ ਜਾਣੀ, ਲਾਜ ਕੁਲਾਜ ਕਬੋਲ। ਦੇਖਦੇ ਹਾਂ ਜਗਤ ਵਿੱਚ ਐਸੇ ਮੰਗਤੇ ਜਿਨ੍ਹਾਂ ਨੂੰ ਜਗਤ ਦੇ ਲੋਕ ਕਬੋਲ ਵੀ ਬੋਲਦੇ ਨੇ, ਕਿਉਂਕਿ ਉਹਨਾਂ ਵਿਚਾਰੀਆਂ ਦੇ ਕਰਮ ਹੈ। ਦੁੱਖ ਐਸਾ ਮਿਲਿਆ, ਧਨ ਪਦਾਰਥ ਨਹੀਂ, ਪਰ ਦਰ ਦਰ ਦੇ ਮੰਗਤੇ ਨੇ, ਜਗਤ ਦੇ ਲੋਕ ਕਬੋਲ ਵੀ ਬੋਲਦੇ ਨੇ, ਪਰ ਉਸ ਮੰਗਤੇ ਨੇ ਲਾਜ, ਖੋਟੀ ਲਾਜ, ਖੋਟੇ ਬਚਨਾਂ ਨੂੰ ਉਹ ਜਾਣਦਾ ਨਹੀਂ। ਕੋਈ ਬੋਲੇ ਉਹ ਸਹਾਲਦਾ ਕਿ ਮੇਰੇ ਕਰਮ ਨੇ। ਪਾਤਸ਼ਾਹ ਫਰਮਾਉਂਦੇ ਨੇ ਐਸੇ ਹੀ ਮੈਂ ਨਾਮ ਨੂੰ ਮੰਗਦਾ ਹਾਂ ਮੇਰੇ ਵਾਹਿਗੁਰੂ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਇਹ ਪ੍ਰਭੂ ਕਿਰਪਾ ਕਰਕੇ ਨਾਮ ਦਾ ਸੰਜੋਗ ਕਰਾ, ਆਪ ਬਖਸ਼ਿਸ਼ ਕਰ ਤੇਰਾ ਨਾਮ ਜਪਾਂ। ਭਾਵੇਂ ਲੋਕ ਹੱਸਣ, ਕੁਝ ਤੋਂ ਕੁਝ ਕਹਿਣ, ਪਰ ਤੇਰਾ ਨਾਮ ਨਾ ਛੱਡਾਂ। ਕਿਉਂਕਿ ਪਰਮੇਸ਼ਰ ਦਾ ਨਾਮ ਕੈਸਾ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ, ਨਾਮ ਦੇ ਰਸੀਏ, ਬ੍ਰਹਮ ਗਿਆਨੀ, ਇਹਨਾਂ ਨੇ ਨਾਮ ਨੂੰ ਜਪਿਆ, ਦਿਨ ਤੇ ਰਾਤ ਜਪਿਆ, ਰਿਝਾਇਆ ਆਪਣੇ ਪ੍ਰੀਤਮ ਜਗਤ ਦੇ ਮਾਲਕ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਸੰਨ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਪ੍ਰਸ਼ਾਦ ਛਕਿਆ।
ਜੋ ਅੱਜ ਵੀ ਸਤਿਗੁਰਾਂ ਨੂੰ ਪ੍ਰਤੱਖ ਭੋਗ ਲੱਗਦਾ ਹੈ, ਕਿਉਂਕਿ ਮਾਲਕ ਤਾਂ ਹਾਜ਼ਰਾਂ ਹਜ਼ੂਰ ਹੈ। ਤੁਹਾਡੀ ਭਾਵਨਾ ਬਣ ਜਾਵੇ, ਸ਼ਰਧਾ ਬਣ ਜਾਵੇ, ਕਿਉਂਕਿ ਮਾਲਕ ਤਾਂ ਹਾਜ਼ਰ ਨਾਜ਼ਰ ਹੈ। ਗੁਰਮੂਰਤ ਕਲ ਧਿਆਨ ਸਦਾ ਹਜ਼ੂਰ ਹੈ, ਉਹ ਤਾਂ ਸਦਾ ਹਾਜ਼ਰਾ ਹਜ਼ੂਰ ਹੈ, ਕਿਤੇ ਦੂਰ ਨਹੀਂ ਹੈ। ਉਹ ਸੁਣਦਾ ਵੀ ਹੈ, ਦੇਖਦਾ ਵੀ ਹੈ। ਧੰਨੇ ਭਗਤ ਦੀ ਸ਼ਰਧਾ ਸੀ, ਭਾਵਨਾ ਸੀ। ਇਹ ਨਹੀਂ ਜਾਣਿਆ ਇਹ ਬੱਟਾ ਹੈ, ਇਹ ਪੱਥਰ ਹੈ। ਕੀ ਜਾਣਿਆ ਇਹ ਮੇਰਾ ਠਾਕਰ, ਮੇਰਾ ਪ੍ਰਭੂ ਹੈ। ਆਪ ਤਰਲੋਕੀ ਦੇ ਮਾਲਕ ਨੂੰ ਪ੍ਰਗਟ ਹੋਣਾ ਪਿਆ। ਉਹ ਤਾਂ ਕਣ ਕਣ ਵਿੱਚ ਬੈਠਾ ਹੈ। ਤੇ ਵੱਡੀਆਂ ਬਖਸ਼ੀਸ਼ਾਂ ਕੀਤੀਆਂ ਧਾਰਿਆ, ਉਹ ਸਤਿਗੁਰਾਂ ਨੂੰ ਤਾਂ ਗੱਦੀ ਬਖਸ਼ੀ ਹੈ ਮੇਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਨੇ। ਜਾਗਤ ਜੋਤ ਜਪੈ ਦੇ ਸੁਬਾਸਰ, ਏਕ ਬਿਨਾ ਮਨ ਨੈਕ ਨਾਨੈ, ਕਿ ਇੱਕ ਤੋਂ ਬਿਨਾ ਦੂਜੇ ਨੂੰ ਨਹੀਂ। ਅਰਦਾਸ ਕਰੋ ਗੁਰੂ ਅੱਗੇ, ਅਰਦਾਸ ਕੀਤੀ ਅਜਾਈ ਨਹੀਂ ਜਾਵੇ, ਕਿ ਸਤਿਗੁਰੂ ਹਾਜ਼ਰਾਂ ਹਜ਼ੂਰ ਬੈਠੇ ਨੇ। ਜੋ ਪ੍ਰਭ ਕੋ ਮਿਲ ਵੋ ਚਖੈ, ਖੋਜ ਸ਼ਬਦ ਮੈਂ ਨਹੀਂ। ਜੋ ਕੋਈ ਵੀ ਮਿਲਣਾ ਚਾਹੁੰਦਾ ਸ਼ਬਦ ਦੀ ਖੋਜ, ਸ਼ਬਦ ਨਾਲ ਪਿਆਰ ਪਾਵੇ, ਨਾਮ ਜਪੇ ਮਿਲੇਗਾ। ਉਹ ਮਾਲਕ ਤਾਂ ਹਾਜ਼ਰ ਨਾਜ਼ਰ ਹੈ। ਪਾਤਸ਼ਾਹ ਫਰਮਾਉਂਦੇ ਨੇ ਭਾਈ, ਨਾਮ ਮੰਗੋ ਪਰਮੇਸ਼ਰ ਤੋਂ, ਨਾਨਕ ਮੰਗੈ ਨਾਮ ਹਰਿ, ਕਰ ਕਿਰਪਾ ਸੰਜੋ। ਪੌੜੀ ਜੇਵੇ ਕਰਮ ਕਮਾਵਦਾ, ਤੇਵੇ ਫਲ ਤੇ। ਪਾਤਸ਼ਾਹ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੂਰਵ ਪ੍ਰਸੰਗ ਨੂੰ ਸਿਮਰਨ ਕਰਕੇ ਮਰਵਾਹਿਆਂ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੌੜੀ ਉਚਾਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨੀ ਉਪਦੇਸ਼ ਦਿੰਦੇ ਨੇ ਭਾਈ, ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲ ਤੇ। ਜੈਸੇ ਕਰਮ ਪੁਰਸ਼ ਕਮਾਉਂਦਾ ਹੈ, ਜਗਤ ਵਿੱਚ ਵਿਖਾਦ ਧੰਦੇ ਆਦਿਕ ਬੜੇ ਕਰਮ ਨੇ, ਜਿਨ੍ਹਾਂ ਦੀ ਬਹੁ ਗਿਣਤੀ ਹੈ। ਦਿਨ ਤੇ ਰਾਤ ਵਿੱਚ ਉਹ ਮਨੁੱਖ ਕਰਮ ਕਰਦਾ ਹੈ। ਤੈਸੇ ਹੀ ਕਰਮ ਦੁੱਖ ਤੇ ਸੁੱਖ ਰੂਪ ਹੋ ਕੇ ਭਾਈ ਫਲ ਦੇ ਨੇ। ਕਰਮ ਹੀ ਦੁੱਖ ਤੇ ਸੁੱਖ ਦਾ ਕਾਰਨ ਬਣਦੇ ਨੇ। ਦੁੱਖ ਇੰਝ ਨਹੀਂ ਆ ਜਾਂਦਾ, ਉਹ ਆਪਣੇ ਸਵੈਮ ਕੀਤੇ ਕਰਮਾਂ ਦਾ ਦੁੱਖ ਮਿਲਦਾ ਹੈ, ਸੁੱਖ ਮਿਲਦਾ ਹੈ। ਉਹ ਸਵੈਮ ਕੀਤੇ ਆਪਣੇ ਹੀ ਕਰਮ ਹੁੰਦੇ ਨੇ, ਕਿਉਂਕਿ ਪਰਮੇਸ਼ਰ ਕਿਸੇ ਦਾ ਬੁਰਾ ਚਿਤਵਦਾ ਨਹੀਂ, ਨਾ ਉਹ ਕਰਦਾ। ਪਰ ਇੱਕ ਨਿਯਮ ਹੈ ਉਸ ਪਰਵਤਗਾਰ ਤਰਲੋਕੀ ਦੇ ਮਾਲਕ ਦਾ, ਉਹ ਕਰਮ ਫਲ ਪ੍ਰਦਾਤਾ ਹੈ। ਕਰਮਾਂ ਦੇ ਜ਼ਰੀਏ ਮਨੁੱਖ ਨੂੰ ਦੁੱਖ ਤੇ ਸੁੱਖ ਦਿੰਦਾ ਜੋ ਭੋਗਣਾ ਪੈਂਦਾ ਹੈ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਬੜੀ ਬਲ ਵਾਲੀ ਗਤੀ ਹੈ, ਜੋ ਮਨੁੱਖ ਨੂੰ ਅਵਸ਼ ਉਹ ਭੋਗਣੀ ਪੈਂਦੀ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮਤ ਦੋਸ਼ ਨਹੀਂ ਕਿਸੇ ਨੂੰ, ਕਿ ਅਮਕੇ ਨੇ ਇੰਝ ਕੀਤਾ ਇੰਝ ਹੋ ਗਿਆ, ਪਰ ਤੇਰੇ ਕਰਮਾਂ ਦਾ ਇਹ ਤੈਨੂੰ ਫਲ ਮਿਲਿਆ। ਪਾਤਸ਼ਾਹ ਫਰਮਾਉਂਦੇ ਨੇ, ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲ ਤੇ। ਉਹ ਫਲਦੇ ਨੇ ਦੁੱਖ ਤੇ ਸੁੱਖ ਰੂਪ ਹੋ ਕੇ। ਚੱਬੇ ਤਤਾ ਲੋਹ ਸਾਰ ਵਿੱਚ ਸੰਗੈ ਪਲ ਤੈ, ਘਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜੋ ਕੋਈ ਅਗਨੀ ਵਿੱਚ ਤਪਾਇਆ ਹੋਇਆ ਅਤੀ ਲੋਹਤ,
ਜਿਸ ਦਾ ਤਪ ਦੇ ਲਾਲ ਰੰਗ ਹੋ ਗਿਆ, ਤਪ ਕੇ ਲਾਲ ਰੰਗ ਹੋ ਜਾਂਦਾ। ਲੋਹਾ ਧਾਤ ਚੱਬ ਲਵੇ ਸੋ ਕੰਠ ਵਿੱਚ ਫਸ ਜਾਵੇਗਾ। ਭਾਵੇਂ ਕਿ ਉਹ ਭੋਜਨ ਸਮ ਭਸ਼ਨ ਹੀ ਹੋਵੇਗਾ, ਲੋਹਾ ਅਤੀ ਦੁਖਦਾਈ ਹੋਵੇਗਾ। ਤਿੰਨ ਪਾਪ ਰੂਪ ਕਰਮਾਂ ਤੋਂ ਜਮਦੂਤਾਂ ਨੇ ਗਲ ਵਿੱਚ ਸੰਗਲ ਪਾ ਕੇ ਤੋਰ ਲਿਆ। ਫਿਰ ਕਿਉਂਕਿ ਜੈਸੇ ਅਮਲ ਕੀਤੇ ਵੈਸੇ ਦਰਗਾਹ ਵਿੱਚ ਕੰਮ ਆਉਂਦੇ ਨੇ। ਕਿਉਂਕਿ ਦਰਗਾਹ ਵਿੱਚ ਚੱਲ ਪਿਆ, ਫਿਰ ਜਮਦੂਤ ਗਲ ਵਿੱਚ ਸੰਗਲ ਪਾ ਲੈਂਦੇ ਨੇ। ਗਲ ਸੰਗਲ ਘੱਤ ਫੈਲਾਏ, ਫਿਰ ਗਲ ਵਿੱਚ ਸੰਗਲ ਪੈਂਦੇ ਨੇ। ਤੋਲ ਲਿਆ ਕਿ ਪਾਪੀ ਹੈ। ਕਾਈ ਆਸਨ ਪੁੰਨੀਆ ਨਿਤ ਪਰਮਲ ਖੇਰਤੇ, ਕੀਆ ਨਾ ਜਾਣੈ ਅਕਿਰਤ ਘਣ ਵਿੱਚ ਜੋਨੀ ਫਿਰਤੇ। ਪਾਤਸ਼ਾਹ ਫਰਮਾਉਂਦੇ ਨੇ ਜੋ ਨਿਤ ਪਰਾਈ ਪਾਪਾਂ ਰੂਪੀ ਮੈਲ ਨੂੰ ਨਿੰਦਿਆ ਕਰਕੇ ਲੈਂਦੇ ਸੀ, ਨਿਤ ਕਬੋਲ ਬੋਲਦੇ ਸੀ ਰੱਬ ਦੇ ਜਨਾਂ ਭਗਤਾਂ ਨੂੰ, ਗੁਰਮੁਖਾਂ ਨੂੰ, ਤੇ ਇਹਨਾਂ ਦੀ ਕੋਈ ਆਸ ਵੀ ਪੂਰੀ ਨਾ ਹੋਈ ਪਾਈ। ਅਕਿਰਤ ਘਣ ਜੋ ਕੀਤੇ ਨੂੰ ਜਾਣੇ ਨਾ, ਅਕਿਰਤ ਘਣ ਉਸ ਨੂੰ ਕਹਿੰਦੇ ਨੇ। ਵਾਹਿਗੁਰੂ ਦਾ ਅਪਕਾਰ ਕੀਤਾ ਹੋਇਆ ਨਹੀਂ ਜਾਣਦੇ ਅਕਿਰਤ ਘਣ, ਵੀ ਦੁਨੀਆ ਵਿੱਚ ਫਿਰਦੇ ਨੇ, ਦੁੱਖ ਪਾਉਂਦੇ ਨੇ। ਸਭੇ ਤੇਰਾ ਨ ਖੁੱਟੀ ਅਸ ਹਰ ਲਈ ਅਸ ਧਰਤੇ, ਸਭੇ ਤੇਰਾ ਨ ਖੁੱਟੀ ਅਸ ਹਿਰ ਲਈ ਅਸ ਧਰਤੇ। ਵਿਜਣ ਕਲਹਿ ਨਾ ਦੇਵੰਦਾ ਤਾਂ ਲੈ ਆ ਕਰਤੇ। ਸੰਪੂਰਨ ਆਸਰੇ ਨਖੁੱਟੇ ਨੇ ਧਿਰਾਂ ਪ੍ਰਿਥਵੀ ਤੋਂ ਉਠਾ ਲਿਆ, ਮਰ ਗਏ। ਕਲੇਸ਼ ਨੂੰ ਖੱਟਣ ਨਹੀਂ ਦਿੰਦਾ ਸੀ। ਜਗਤ ਦੇ ਲੋਕ ਵੀ ਕਹਿੰਦੇ ਨੇ ਇਹ ਬੜਾ ਪਾਪੀ ਪੁਰਸ਼ ਸੀ। ਤੋ ਕਰਤੇ ਨੇ ਲਿਆ ਅਭਾਵ ਕਰ ਦਿੱਤਾ। ਜੋ ਜੋ ਕਰਤੇ ਅਹੰਬਿਓ ਝੜ ਧਰਤੀ ਪੜਤੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜੋ ਜੋ ਪੁਰਸ਼ ਹੰਕਾਰ ਵਿੱਚ ਸੜਦੇ ਨੇ, ਹੰਕਾਰੀ ਨੇ, ਹੰਕਾਰ ਕਰਦੇ ਨੇ, ਤੋ ਝੜ ਕਰਕੇ ਧਰਤੀ ਵਿੱਚ ਪੜਦੇ ਨੇ। ਭਾਵ ਦੁਖੀ ਹੋ ਕੇ ਉਹ ਮਰ ਜਾਂਦੇ ਨੇ। ਫਿਰ ਦਰਗਾਹ ਵਿੱਚ ਨਰਕਾਂ ਵਿੱਚ ਸਜ਼ਾਵਾਂ ਦੁੱਖ ਪਾਉਂਦੇ ਨੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਉਸ ਵਾਹਿਗੁਰੂ ਦੇ ਭੈ ਵਿੱਚ ਵਿਚਰੀਏ। ਭੈ ਵਿੱਚ ਵੈਸੈ ਭੈ ਰਹਿ, ਭੈ ਵਿੱਚ ਕਮਾਵੈ ਕਾਰ। ਇੱਥੇ ਸੁਖ ਵਡਿਆਈਆਂ ਦਰਗਹਿ ਮੋਖ ਦੁਆਰ। ਫਿਰ ਦਰਗਾਹ ਵਿੱਚ ਵੀ ਮੁਖ ਉਜਲਾ ਹੋਵੇਗਾ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਕੇ ਅਚੁੱਤ ਪਾਰ ਬ੍ਰਹਮ